प्यारे दोस्तों ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ 21 ਅਗਸਤ 2022 ਨੂੰ ਪੰਜਾਬੀ ਮਾਸਟਰ ਕੇਡਰ ਦਾ ਪੇਪਰ ਹੋਇਆ ਸੀ, ਜਿਹਦੇ ਵਿੱਚ ਕਾਫੀ ਗਲਤੀਆਂ ਸਾਹਮਣੇ ਆਈਆਂ ਸੀ ਤੇ ਉਸ ਤੋਂ ਬਾਅਦ ਜਦੋਂ ਭਰਤੀ ਬੋਰਡ ਨੇ ਉਹਦੀ ਅਫੀਸ਼ੀਅਲ ਆਨਸਰ ਕੀ ਜਾਰੀ ਕੀਤੀ ਤਾਂ ਉਹਦੇ ਵਿੱਚ ਵੀ ਕਾਫੀ ਗਲਤੀਆਂ ਸਾਹਮਣੇ ਆਈਆਂ, ਜਿਹਦੇ ਬਾਰੇ ਅਸੀਂ ਪ੍ਰੋਫੈਸਰ ਡਾਕਟਰ ਰਜਿੰਦਰਪਾਲ ਬਰਾੜ ਹੋਰਾਂ ਦੇ ਨਾਲ ਪਿਛਲੇ ਹਫ਼ਤੇ ਗੱਲਬਾਤ ਕੀਤੀ ਸੀ। ਉਸ ਤੋਂ ਬਾਅਦ ਜਦ ਤੁਸੀਂ ਕੁਝ ਸਵਾਲ ਹੋਰ ਕਿਹਾ ਕਿ ਇਹਨਾਂ ਬਾਰੇ ਵੀ ਸਪਸ਼ਟੀਕਰਨ ਦਿਓ ਤਾਂ ਸਰ ਨੇ ਇੱਕ ਵੀਡੀਓ ਹੋਰ ਬਣਾਈ ਤੇ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ। ਇਸ ਦੇ ਬਾਵਜੂਦ ਵੀ ਤੁਹਾਡੇ ਕੁਝ ਸ਼ੰਕੇ ਤੇ ਚਿੰਤਾਵਾਂ ਜਿਹੜੀਆਂ ਨੇ ਉਹ ਹਜੇ ਵੀ ਜਿਹੜੀਆਂ ਬਾਕੀ ਨੇ, ਜਿਨ੍ਹਾਂ ਬਾਰੇ ਗੱਲਬਾਤ ਹੋਣੀ ਲਾਜ਼ਮੀ ਹੈ, ਉਹਨਾਂ ਚਿੰਤਾਵਾਂ ਬਾਰੇ ਤੇ ਕੁਝ ਹੋਰ ਨੁਕਤਿਆਂ ਬਾਰੇ ਅੱਜ ਅਸੀਂ ਦੁਬਾਰਾ ਇਸ ਮਸਲੇ ਨੂੰ ਛੋਵਾਂਗੇ, ਇਸ ਮਸਲੇ ਬਾਰੇ ਗੱਲਬਾਤ ਕਰਾਂਗੇ। ਸਰ, ਜਦੋਂ ਉਸ ਵੀਡੀਓ ਦੇ ਅਸੀਂ ਕਮੈਂਟ ਪੜ੍ਹਦੇ ਹਾਂ ਤਾਂ ਬਹੁਤ ਸਾਰੀਆਂ ਚਿੰਤਾਵਾਂ ਜਿਹੜੀਆਂ ਉੱਥੇ ਅਲੱਗ-ਅਲੱਗ ਜ਼ਾਹਰ ਹੋਈਆਂ ਨੇ, ਤੇ ਜਦੋਂ ਤੁਸੀਂ ਆਖਰੀ ਵੀਡੀਓ ਦੇ ਵਿੱਚ ਇੱਕ ਗੱਲ ਕਹੀ ਕਿ ਇਹ ਪੇਪਰ ਰੱਦ ਹੋ ਕੇ ਦੁਬਾਰਾ ਹੋਣਾ ਚਾਹੀਦਾ ਹੈ, ਤਾਂ ਬਹੁਤ ਸਾਰੇ ਜਿਹੜੇ ਉਮੀਦਵਾਰਾਂ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਕਿ ਅਸੀਂ ਓਵਰੇਜ ਹੋਣ ਦੇ ਕਿਨਾਰੇ ਹਾਂ ਤੇ ਸਰਕਾਰ 'ਤੇ ਸਾਨੂੰ ਭਰੋਸਾ ਨਹੀਂ ਹੈ, ਜੇ ਇਹ ਭਰਤੀ ਲਮਕ ਜਾਂਦੀ ਹੈ ਤਾਂ ਅਸੀਂ ਕਿਤੇ ਨੌਕਰੀ ਤੋਂ ਵਾਂਝੇ ਨਾ ਰਹਿ ਜਾਈਏ। ਤਾਂ ਇਹ ਜਦੋਂ ਤੁਸੀਂ ਗੱਲ ਕਹੀ ਤਾਂ ਇਹਦੇ ਕੀ ਆਧਾਰ ਨੇ? देखो, जिथों तक गल हैगी आ ना कि पेपर रद्द करने बारे, मैं कोई इस गल का पक्षी नहीं कि पेपर रद्द किया जाए। मैं ये गल कही है कि साडे कोले 3 राह ने। एक राह तो यह हैगा कि जेड़े प्रश्न गलत प्रश्न ने, जिन्हां दे उत्तर अस्पष्ट ने जां एक तो वधीक ने, वो सारे प्रश्न टोटल प्रश्नों चों कढ के बाकियां दे आधार ते मैरिट बनाई जाए। एक तो यह हल है। दूजा हल कि कुछ सवाल अजिहे ने कि ਜਿਹੜੇ ਸਵਾਲਾਂ ਦੇ ਜਵਾਬ ਗਲਤ ਦਿੱਤੇ ਗਏ ਆ ਪਰ ਸਹੀ ਜਵਾਬ ਵੀ ਉੱਥੇ ਹਾਜ਼ਰ ਆ, ਉਹਨਾਂ ਦੀ ਸਹੀ ਆਨਸਰ ਕੀ ਪਾਈ ਜਾਵੇ। ਪਰ ਜੇ ਇਹ ਦੋਹਾਂ ਢੰਗਾਂ ਨਾਲ ਹੀ ਇਹ ਬਣਦਾ ਹੈ ਕਿ ਮੈਰਿਟ ਬਹੁਤ ਹੀ ਉੱਚੀ ਨੀਵੀਂ ਹੁੰਦੀ ਆ, ਜਾਂ ਇਹ ਸੰਭਵ ਨਹੀਂ, ਜਾਂ ਸਭ ਸੰਤੁਸ਼ਟ ਨਹੀਂ ਹੁੰਦੇ, ਤਾਂ ਤੀਜਾ ਹੱਲ ਫਿਰ ਇਹ ਹੀ ਆ ਕਿ ਪੇਪਰ ਰੱਦ ਹੋ ਜਾਵੇ। ਹੁਣ ਜਦੋਂ ਪੇਪਰ ਰੱਦ ਹੋ ਜਾਵੇ ਤਾਂ ਜਿਹੜੇ ਵਿਦਿਆਰਥੀਆਂ ਦੇ ਸ਼ੰਕੇ ਆ ਉਹ ਬੜੇ ਜੈਨੂਅਨ ਨੇ। 2 ਸ਼ੰਕੇ ਨੇ ਕਿ ਇੱਕ ਤਾਂ ਅਸੀਂ ਓਵਰਏਜ ਨਾ ਹੋ ਜਾਈਏ, ਦੂਸਰਾ ਇਹ ਕਿ ਫਿਰ ਸਾਨੂੰ ਆਪਣੇ ਖਰਚੇ ਤੇ ਦੁਬਾਰਾ ਫਿਰ ਫੀਸ ਭਰਨੀ ਪਊਗੀ, ਤੀਸਰਾ ਇਹ ਕਿ ਪਹਿਲੀ ਵਾਰ ਹੀ ਅਸੀਂ ਬਹੁਤ ਔਖੇ ਹੋ ਕੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ 'ਚ ਆ ਕੇ ਪੇਪਰ ਦਿੱਤੇ, ਅਸੀਂ ਬੱਚਿਆਂ ਵਾਲੇ ਆ, ਅਸੀਂ ਕਿਵੇਂ ਦੁਬਾਰਾ ਪੇਪਰ ਦੇਵਾਂਗੇ। ਤਾਂ ਪੇਪਰਾਂ ਦੀ ਜਿਹੜੀ ਉਮਰ ਵਾਲੀ ਗੱਲ ਆ ਉਹਨੂੰ ਜੇ ਆਪਾਂ ਪਾਸੇ ਛੱਡ ਦਈਏ ਤਾਂ ਦੂਸਰੀ ਗੱਲ ਇਹ ਕਿ ਸਰਕਾਰ ਦੀ ਜਾਂ ਜਿਹੜਾ ਬੋਰਡ ਨੇ ਭਰਤੀ ਕਰਨੀ ਸੀ ਉਹਦੀ ਗਲਤੀ ਆ। ਇਸ ਕਰਕੇ ਵਿਦਿਆਰਥੀਆਂ ਤੋਂ ਦੁਬਾਰਾ ਫੀਸ ਨਹੀਂ ਲੈਣੀ ਚਾਹੀਦੀ, ਉਹੀ ਰੋਲ ਨੰਬਰ ਰਹਿਣੇ ਚਾਹੀਦੇ ਆ, ਤੇ ਉਸੇ ਫੀਸ ਦੇ ਵਿੱਚ ਹੀ ਜੇ ਦੁਬਾਰਾ ਪੇਪਰ ਹੋਣਾ ਤਾਂ ਉਸੇ ਫੀਸ ਦੇ ਵਿੱਚ ਹੀ ਪੇਪਰ ਹੋਣਾ ਚਾਹੀਦਾ। ਦੂਸਰਾ ਇਹ ਕਿ ਇਹ ਸਮਝ ਲਿਆ ਜਾਣਾ ਕਿ ਕੁਝ ਜਿਹੜੇ ਸ਼ਹਿਰਾਂ ਦੇ ਵਿੱਚ ਨਕਲ ਨਹੀਂ ਹੁੰਦੀ ਜਾਂ ਉੱਥੇ ਮੈਨੇਜ ਕੀਤਾ ਜਾ ਸਕਦਾ, ਬਾਕੀ ਥਾਵਾਂ ਤੇ ਮੈਨੇਜ ਨਹੀਂ ਕੀਤਾ ਜਾ ਸਕਦਾ। ਇਹ ਸਰਕਾਰ ਤੇ ਬੋਰਡ ਦੀ ਨਲਾਇਕੀ ਹੈਗੀ ਆ। ਸਗੋਂ ਲੋਕਾਂ ਨੂੰ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਸਰਕਾਰ ਨੂੰ ਜਿਹੜੀਆਂ ਸਹੂਲਤਾਂ ਉਹ ਡੋਰ ਸਟੈਪ ਤੇ ਦੇਣੀਆਂ ਚਾਹੀਦੀਆਂ, ਤਾਂ ਫਿਰ ਪੇਪਰ ਕਿਉਂ ਨਹੀਂ ਲਏ ਜਾ ਸਕਦੇ ਜਦੋਂ ਕਿ ਬੋਰਡ ਦੇ ਪੇਪਰ ਹੁੰਦੇ ਆ, ਕਾਲਜਾਂ ਦੇ ਪੇਪਰ ਹੁੰਦੇ ਆ, ਯੂਨੀਵਰਸਿਟੀਆਂ ਦੇ ਪੇਪਰ ਹੁੰਦੇ ਆ। ਸਗੋਂ ਪੇਪਰ ਸਿਰਫ ਡਿਸਟ੍ਰਿਕਟ ਹੈੱਡਕੁਆਟਰਸ ਤੇ ਹੋਣੇ ਚਾਹੀਦੇ ਆ। ਡਿਸਟ੍ਰਿਕਟ ਹੈੱਡਕੁਆਟਰ ਤੇ ਹਰੇਕ ਬੰਦਾ ਸੌਖਾ ਹੀ ਪੁੱਜ ਸਕਦਾ ਹੈ ਜੀ। ਸੋ ਜਿਹੜਾ ਰੱਦ ਕਰਨ ਦਾ ਮੇਰਾ ਇਹ ਕੋਈ ਮੰਤਵ ਨਹੀਂ ਕਿ ਹਰ ਹਾਲਤ 'ਚ ਰੱਦ ਕੀਤੇ ਜਾਣ, ਪਰ ਜੇ ਮੈਂ ਕਿ ਕੋਈ ਹੋਰ ਹੱਲ ਨਹੀਂ ਲੱਭਦਾਗਾ ਕਿ ਮੈਂ ਕਿ ਨਾ ਹੀ ਆਨਸਰ ਕੀ ਠੀਕ ਬਣ ਰਹੀ ਹੈ, ਕਿਉਂਕਿ ਇਹ ਜਦੋਂ ਕਮੇਟੀ ਬਣੂਗੀ ਇੱਕ ਇੱਕ ਪ੍ਰਸ਼ਨ ਨੂੰ ਵਾਚੂਗੀ, ਇੱਕ ਇੱਕ ਇਤਰਾਜ਼ ਨੂੰ ਵਾਚੂਗੀ, ਤਾਂ ਉਸ ਸਮੇਂ ਜਾਣਿਆ ਜਾਊਗਾ ਕਿ ਕੀ ਨਵੀਂ ਆਨਸਰ ਕੀ ਪਾ ਕੇ ਹੱਲ ਹੋ ਸਕਦਾ ਹੈ, ਕੀ ਇਹ ਹੋ ਸਕਦਾ ਹੈਗਾ ਕਿ ਕਿਹੜੇ ਪ੍ਰਸ਼ਨ ਗਲਤ ਨੇ ਉਹ ਪ੍ਰਸ਼ਨ ਬਿਲਕੁਲ ਹੀ ਵਿੱਚੋਂ ਬਾਹਰ ਕੱਢ ਕੇ ਬਾਕੀਆਂ ਦੇ ਆਧਾਰ 'ਤੇ ਮੈਰਿਟ ਬਣਾਈ ਜਾ ਸਕਦੀ ਆ, ਜਾਂ ਪੇਪਰ ਰੱਦ ਕਰਨਾ ਪਵੇ। ਜੇ ਰੱਦ ਕਰਨਾ ਪਵੇ ਤਾਂ ਇਹਦਾ ਬੋਝ ਕਿਸੇ ਵੀ ਹਾਲਤ 'ਚ ਵਿਦਿਆਰਥੀਆਂ 'ਤੇ ਨਹੀਂ ਪੈਣਾ ਚਾਹੀਦਾ। ਸਰ, ਜਿਹੜੀ ਆਪਾਂ ਗੱਲ ਕੀਤੀ ਓਵਰੇਜ ਦੀ, ਉਮਰ ਹੱਦ ਦੀ, ਤਾਂ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ। ਆਪਾਂ ਪਿਛਲੀ ਇੱਕ ਵੀਡੀਓ ਜਦੋਂ ਉਚੇਰੀ ਸਿੱਖਿਆ ਬਾਰੇ ਬਣਾਈ ਸੀ 1158 ਸਹਾਇਕ ਪ੍ਰੋਫੈਸਰਾਂ ਦੀ, ਉੱਥੇ ਵੀ ਆਪਾਂ ਓਵਰੇਜ ਦੀ ਗੱਲ ਕੀਤੀ, ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ। ਤੇ ਜਦ ਵੀ ਹੁਣ ਨੌਕਰੀਆਂ ਆਉਂਦੀਆਂ ਨੇ, ਚਾਹੇ ਉਹ ਜਿਹੜੀਆਂ ਪ੍ਰਾਇਮਰੀ ਪੱਧਰ 'ਤੇ ਆਉਣ, ਚਾਹੇ ਉਹ ਸੈਕੰਡਰੀ ਪੱਧਰ 'ਤੇ ਆਉਣ, ਬੀਐਡ ਤੇ ਈਟੀਟੀ ਦੇ ਜਿਹੜੇ ਟੈਟ ਪਾਸ ਅਧਿਆਪਕ ਬਣ ਜਾ ਰਹੇ ਉਮੀਦਵਾਰ ਨੇ, ਉਹਨਾਂ ਦੀ ਅਕਸਰ ਮੰਗ ਹੁੰਦੀ ਹੈ ਕਿ ਸਾਡੀ ਜਿਹੜੀ ਉਮਰ ਹੱਦ ਨੂੰ ਵਧਾਇਆ ਜਾਵੇ। ਤਾਂ ਇਹ ਉਮਰ ਹੱਦ ਦਾ ਜਿਹੜਾ ਵੱਡਾ ਮਸਲਾ ਹੈ ਤੇ ਕਾਫੀ ਜਿਹੜੇ ਓਵਰੇਜ ਹੋਣ ਦੇ ਕਿਨਾਰੇ, ਇਹਨੂੰ ਕਿਵੇਂ ਡੀਲ ਕਰਨਾ ਚਾਹੀਦਾ ਸਰਕਾਰ ਨੂੰ? ਮੈਂ ਤਾਂ ਇਸ ਗੱਲ ਦਾ ਧਾਰਨੀ ਹੈਗਾ ਕਿ ਜਦੋਂ ਪਿਛਲੇ 2 ਦਹਾਕਿਆਂ ਤੋਂ, ਜਾਂ ਇਉਂ ਕਹਿ ਲਓ ਕਿ 3 ਦਹਾਕਿਆਂ ਤੋਂ ਹੀ
ਮੈਂ ਕਿ ਜਦੋਂ ਭਰਤੀ ਹੀ ਨਹੀਂ ਹੋਈ ਤਾਂ ਉਸ ਹਾਲਤ ਦੇ ਵਿੱਚ ਓਵਰਏਜ ਵਾਲਾ ਜਿਹੜਾ ਸੰਕਲਪ ਆ ਉਹ ਪੁਰਾਣਾ ਸੰਕਲਪ ਹੈਗਾ, ਉਸ ਨੂੰ ਖਤਮ ਹੀ ਕਰ ਦੇਣਾ ਚਾਹੀਦਾ। ਇਸ ਕਰਕੇ ਵੀ ਖਤਮ ਕਰ ਦੇਣਾ ਚਾਹੀਦਾ ਸੀ ਕਿ ਕਿਸੇ ਸਮੇਂ ਜਿਹੜੀ ਪੈਨਸ਼ਨ ਹੈਗੀ ਆ ਉਹਦੇ ਲਈ ਇੱਕ ਮਿਨੀਮਮ ਜਿਹੜੀ ਹੈਗੀ ਆ ਉਹ ਏਜ ਸਰਵਿਸ ਕਰਨੀ ਪੈਂਦੀ ਸੀਗੀ। ਹੁਣ ਜਦੋਂ ਨੈਸ਼ਨਲ ਜਿਹੜੀ ਪੈਨਸ਼ਨ ਸਕੀਮ ਲਾਗੂ ਆ ਕਿ ਜਿੰਨੇ ਪੈਸੇ ਤੁਸੀਂ ਪਾਉਣੇ ਆ ਉਨੇ ਪੈਸੇ ਹੀ ਕਿ ਸਕੀਮ 'ਚੋਂ ਆਉਣੇ ਆ, ਤਾਂ ਜੇ ਕੋਈ 5 ਸਾਲ ਸਰਵਿਸ ਕਰੂਗਾ, 10 ਸਾਲ ਸਰਵਿਸ ਕਰੂਗਾ, ਜਿੰਨੀ ਸਰਵਿਸ ਕਰੂਗਾ ਉਨੀ ਉਹਨੂੰ ਪੈਨਸ਼ਨ ਮਿਲ ਜਾਣੀ ਹੈ। ਇਸ ਕਰਕੇ ਮੈਨੂੰ ਤਾਂ ਲੱਗਦਾ ਹੈਗਾ ਕਿ ਉਚੇਰੀ ਸਿੱਖਿਆ ਦੇ ਵਿੱਚ ਤਾਂ ਘੱਟੋ ਘੱਟ ਉਮਰ ਦੀ ਹੱਦ ਖਤਮ ਹੀ ਕਰ ਦੇਣੀ ਚਾਹੀਦੀ। ਉਹਦਾ ਕਾਰਨ ਇਹ ਕਿ ਜਿੱਥੋਂ ਤੱਕ ਤਾਂ ਹੈਗਾ ਕਿ ਜਿਹੜੀਆਂ ਨੌਕਰੀਆਂ ਜਿਹਨੂੰ ਕਹਿ ਸਕਦੇ ਹਾਂ ਕਿ +2 ਪੱਧਰ 'ਤੇ ਜਾਂ BA ਪੱਧਰ 'ਤੇ ਆ, ਉਹਨਾਂ ਵਿੱਚ ਤਾਂ ਅਸੀਂ ਉਮਰ ਦੀ ਹੱਦ ਲਾ ਲਈਏ, ਜਾਂ ਜਿਹੜੀਆਂ ਨੌਕਰੀਆਂ ਅਜਿਹੀਆਂ ਨੇ ਕਿ ਜਿਨ੍ਹਾਂ ਵਿੱਚ ਸਰੀਰਕ ਸ਼ਕਤੀ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ ਕਿ ਜਿਵੇਂ ਫੌਜ ਵਗੈਰਾ, ਪੁਲਿਸ ਵਗੈਰਾ, ਉਹਦੇ ਵਿੱਚ ਤਾਂ ਉਮਰ ਦੀ ਹੱਦ ਲਾ ਲਈਏ। ਜਿਹੜੀਆਂ ਅਕੈਡਮਿਕ ਪੋਸਟਾਂ ਹੈਗੀਆਂ ਉਹਦੇ ਵਿੱਚ ਤਾਂ ਉਮਰ ਦੀ ਹੱਦ ਲਾਉਣ ਦੀ ਜ਼ਰੂਰਤ ਹੀ ਕੋਈ ਨਹੀਂ ਗੀ, ਬਾਕੀ ਉਮਰ ਦੀ ਹੱਦ ਆਰਾਮ ਨਾਲ ਹੀ ਵਧਾਈ ਜਾ ਸਕਦੀ ਆ। ਇਸ ਨੂੰ ਮੈਨੂੰ ਤਾਂ ਇਹ ਲੱਗਦਾ ਹੈਗਾ ਕਿ ਜੇ ਬੰਦੇ ਨੇ ਸਾਰੀ ਉਮਰ ਇੱਕ ਵਿਸ਼ੇਸ਼ ਖਿੱਤੇ ਦੇ ਵਿੱਚ, ਵਿਸ਼ੇਸ਼ ਖੇਤਰ ਦੇ ਵਿੱਚ ਮਹਾਰਤ ਹਾਸਲ ਕੀਤੀ ਆ, ਤੇ ਜੇ ਉਹ 45 ਸਾਲ ਦੀ ਉਮਰ 'ਤੇ ਵੀ ਆ ਕੇ ਨੌਕਰੀ ਜੁਆਇਨ ਕਰਨੀ ਚਾਹੁੰਦਾ ਹੈ ਤਾਂ ਫਿਰ ਵੀ ਉਹਦੀ 15 ਸਾਲ ਸਰਵਿਸ ਬਚਦੀ ਹੈ। ਕਿਸੇ ਨੂੰ ਇੱਥੇ ਕੀ ਇਤਰਾਜ਼ ਹੋਣਾ ਚਾਹੀਦਾ ਜੀ। ਸਰ, ਜੇਕਰ ਆਪਾਂ ਮਾਸਟਰ ਕੇਡਰ ਦੇ ਪੇਪਰ ਦੀ ਗੱਲ ਕਰੀਏ ਤਾਂ ਪੇਪਰ ਪੰਜਾਬੀ ਦਾ ਪੇਪਰ ਹੋਏ ਨੂੰ ਕਾਫੀ ਸਮਾਂ ਹੋ ਗਿਆ, ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ। ਹਾਲੇ ਤੱਕ ਜਦੋਂ ਦਾ ਇਹ ਮਸਲਾ ਚੱਲ ਰਿਹਾ, ਕਾਫੀ ਹੱਦ ਤੱਕ ਲੋਕਾਂ ਨੂੰ ਪਤਾ ਚੱਲ ਚੁੱਕਿਆ ਹੈ ਕਿ ਪੇਪਰ ਦੇ ਵਿੱਚ ਗਲਤੀਆਂ ਸੀ, ਜਵਾਬੀ ਉੱਤਰ ਕੁੰਜੀ ਦੇ ਵਿੱਚ ਗਲਤੀਆਂ ਸੀ। ਇਹਦੇ ਬਾਵਜੂਦ ਵੀ ਕੋਈ ਜਿਹੜਾ ਭਰਤੀ ਬੋਰਡ ਦਾ ਜਾਂ ਕੋਈ ਸਰਕਾਰੀ ਬਿਆਨ, ਕਿਸੇ ਜ਼ਿੰਮੇਵਾਰ ਬੰਦੇ ਦਾ ਕੋਈ ਬਿਆਨ ਨਹੀਂ ਇਹਦੇ ਬਾਰੇ ਸਾਹਮਣੇ ਆਇਆ। ਤੁਹਾਨੂੰ ਕੀ ਲੱਗਦੀ ਹੈ, ਮਨਸ਼ਾ ਕੀ ਲੱਗਦੀ ਹੈ ਸਰਕਾਰ ਦੀ? ਮੈਨੂੰ ਲੱਗਦਾ ਹੈਗਾ ਕਿ ਸਰਕਾਰ ਆ ਜਿਹੜੀ ਉਹ ਹਰ ਮਸਲੇ ਨੂੰ ਟਾਲਦੀ ਰਹਿੰਦੀ ਹੈ, ਤੇ ਉਦੋਂ ਤੱਕ ਟਾਲਦੀ ਰਹਿੰਦੀ ਹੈ ਕਿ ਜਦੋਂ ਤੱਕ ਜਮਾਂ ਸਿਰ ਨਾ ਪਵੇ। ਜਿੰਨਾ ਚਿਰ ਕੋਈ ਖੁਦਕੁਸ਼ੀ ਨਾ ਹੋਵੇ, ਜਿੰਨਾ ਚਿਰ ਕੋਈ ਟੈਂਕੀ ਤੇ ਨਾ ਚੜ੍ਹੇ, ਜਿੰਨਾ ਚਿਰ ਕੋਈ ਡਾਂਗਾ ਨਾ ਖਾਵੇ, ਉਨੀ ਦੇਰ ਸਰਕਾਰ ਗੱਲ ਨਹੀਂ ਸੁਣਦੀ। ਚਾਹੀਦਾ ਤਾਂ ਇਹ ਸੀ ਕਿ ਇਸ ਨਾਲ ਹਜ਼ਾਰਾਂ ਕਿ ਜਿਹੜੇ ਉਮੀਦਵਾਰ ਆ ਉਹਦਾ ਭਵਿੱਖ ਜੁੜਿਆ ਹੋਇਆ। ਸਰਕਾਰ ਨੂੰ ਤੁਰੰਤ ਇਹਦੇ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਤੁਸੀਂ ਨਿਸ਼ਚਿੰਤ ਰਹੋ, ਤੁਹਾਡੇ ਨਾਲ ਇਨਸਾਫ ਹੋਊਗਾ। ਕਿਸ ਕਿਸਮ ਦਾ ਇਨਸਾਫ ਹੋਊਗਾ ਉਹਦਾ ਬਲੂ ਪ੍ਰਿੰਟ ਵੀ ਤੁਰੰਤ ਦੇਣਾ ਚਾਹੀਦਾ। ਸਰਕਾਰ ਦੀ ਜਿਹੜੀ ਚੁੱਪੀ ਆ ਉਹ ਸਾਜ਼ਿਸ਼ ਭਰੀ ਲੱਗਦੀ ਹੈਗੀ ਹੈ ਕਿ ਜਿਵੇਂ ਆਪਣੀ ਗਲਤੀ ਨੂੰ ਉਹ ਛੁਪਾਉਣ ਲਈ ਕੋਈ ਕਾਰਨ ਕਰ ਰਹੇ ਹੋਣ ਕਿ ਆਖਰ ਇਹ ਪੇਪਰ ਕਿਹਨੇ ਤਿਆਰ ਕੀਤੇ, ਕਿਹੜੀ ਏਜੰਸੀ ਤੋਂ ਪੇਪਰ ਤਿਆਰ ਕੀਤੇ, ਕੌਣ ਇਹਦੇ ਲਈ ਜ਼ਿੰਮੇਵਾਰ ਆ, ਕੌਣ ਇਹਦੇ ਲਈ ਦੋਸ਼ੀ ਆ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਪਰਦੇ ਪਿੱਛੇ ਬੈਠ ਕੇ ਇਹਦੇ ਉੱਤੇ ਇਹਨੂੰ ਲੁਕਾਉਣ ਦੀ ਜਾਂ ਆਪਣੀ ਕੀਤੀ ਗਲਤੀ ਨੂੰ ਛੁਪਾਉਣ ਦਾ ਕੋਈ ਯਤਨ ਹੋ ਰਿਹਾ ਹੋਵੇ। ਇਹ ਤੁਰੰਤ ਸਰਕਾਰ ਨੂੰ ਇਹ 'ਤੇ ਬਿਆਨ ਦੇਣਾ ਚਾਹੀਦਾ, ਸਿੱਖਿਆ ਮੰਤਰੀ ਨੂੰ ਬਿਆਨ ਦੇਣਾ ਚਾਹੀਦਾ ਹੈਗਾ। ਦੂਸਰਾ ਮੈਨੂੰ ਇਹ ਵੀ ਲੱਗਦਾ ਹੈਗਾ ਕਿ ਇਹ ਸਾਰਾ ਜਿਹੜਾ ਪ੍ਰੋਸੈਸ ਹੈਗਾ, ਇਦੋਂ ਵੀ ਪਹਿਲਾਂ ਜੇ ਆਪਾਂ ਗੱਲ ਕਰੀਏ, ਕਿਉਂਕਿ ਆਪਣਾ ਮਸਲਾ ਇਕੱਲਾ ਮਾਸਟਰ ਕੇਡਰ ਦਾ ਨਹੀਂ, ਮੇਰਾ ਤਾਂ ਉਚੇਰੀ ਸਿੱਖਿਆ ਦਾ ਫਿਕਰ ਹੈਗਾ, ਤੇ ਉਹਦੇ ਵਿੱਚ ਜਿਹੜੇ ਜਿਹਨੂੰ ਕਹਿ ਸਕਦੇ ਹਾਂ ਕਿ ਜਿਹੜੇ ਕਾਲਜ ਦੇ ਅਸਿਸਟੈਂਟ ਪ੍ਰੋਫੈਸਰਸ ਦੀ ਜਿਹੜੀ ਭਰਤੀ ਸੀਗੀ ਤੇ ਜਿਹੜੀ ਲਾਇਬ੍ਰੇਰੀਅਨ ਦੀ ਭਰਤੀ ਹੈਗੀ ਆ, ਉਹ ਰੱਦ ਹੋਈ ਨੂੰ ਵੀ ਬਹੁਤ ਚਿਰ ਹੋ ਗਿਆ। ਉਹ ਰੱਦ ਹੋ ਗਈ, ਸਰਕਾਰ ਨੇ ਭਰਤੀ ਕੀਤੀ ਸੀ, ਰੱਦ ਹੋ ਗਈ। ਹੁਣ ਦੁਬਾਰਾ ਫਿਰ ਉਹਦੇ ਪੇਪਰ ਹੋਣੇ ਚਾਹੀਦੇ ਆ, ਦੁਬਾਰਾ ਫਿਰ ਮੈਂ ਕਿ ਉਹਦੀ ਪ੍ਰਕਿਰਿਆ ਚੱਲਣੀ ਚਾਹੀਦੀ ਆ, ਪਰ ਹਜੇ ਤੱਕ ਕੋਈ ਪ੍ਰਕਿਰਿਆ ਨਹੀਂ, ਸਰਕਾਰ ਦਾ ਕੋਈ ਪ੍ਰਤੀਕਰਮ ਨਹੀਂ ਕਿ ਕੀ ਅਸੀਂ ਸੁਪਰੀਮ ਕੋਰਟ 'ਚ ਜਾਵਾਂਗੇ ਜਾਂ ਅਸੀਂ ਉਹਨਾਂ ਵਿਅਕਤੀਆਂ ਨੂੰ, ਜੇ ਸੁਪਰੀਮ ਕੋਰਟ 'ਚੋਂ ਨਹੀਂ ਵੀ ਜਾਣਾ, ਸਰਕਾਰ ਹੋਰ ਬਥੇਰਿਆਂ ਕੰਮਾਂ ਦੇ ਵਿੱਚ ਜਿਹਨੂੰ ਕਹਿ ਸਕਦੇ ਆ ਕਿ ਕਾਨੂੰਨੀ ਚੋਰ ਮੋਰੀਆਂ ਲੱਭਦੀ ਆ, ਕਿ ਚੋਰ ਮੋਰੀਆਂ ਲੱਭ ਕੇ ਉਹਨਾਂ ਨੂੰ ਭਾਵਾਂ ਉਹ ਜਿਹੜੀਆਂ ਖਾਲੀ ਪਈਆਂ ਪੋਸਟਾਂ ਉਹਨਾਂ 'ਤੇ ਢਾਕ ਤੇ ਜੁਆਇਨ ਕਰਾ ਲੈਣ। ਸਰਕਾਰ ਕੋਲੇ ਬਥੇਰੇ ਰਾਹ ਹੁੰਦੇ ਆ। ਜੇ ਨਹੀਂ ਜੁਆਇਨ ਕਰਾਉਣਾ, ਜੇ ਨਵੇਂ ਸਿਰੋਂ ਭਰਤੀ ਕਰਨੀ, ਤਾਂ ਨਵੀਂ ਸਿਰੋਂ ਭਰਤੀ ਪ੍ਰਕਿਰਿਆ ਸ਼ੁਰੂ ਹੋਣੀ ਚਾਹੀਦੀ ਹੈ। ਜੀ ਸਰ, ਇਹਦੇ ਨਾਲ ਹੀ ਇੱਕ ਸਵਾਲ ਇਹ ਜੁੜਿਆ ਹੋਇਆ ਕਿ ਜਦੋਂ ਤੋਂ ਪਿਛਲੇ ਸਾਲ ਤੋਂ ਜਦੋਂ ਇਹ ਭਰਤੀਆਂ ਸ਼ੁਰੂ ਹੋਈਆਂ, ਚਾਹੇ ਸਕੂਲ ਲੈਵਲ 'ਤੇ ਹੋਵੇ ਚਾਹੇ ਕਾਲਜ ਲੈਵਲ 'ਤੇ ਹੋਵੇ, ਤਾਂ ਜਦ ਵੀ ਭਰਤੀ ਹੁੰਦੀ ਆ, ਸ਼ੁਰੂ ਹੁੰਦੀ ਆ ਤੇ ਪੇਪਰ ਹੁੰਦਾ, ਤਾਂ ਚਿੰਤਾ ਜਿਹੜੀ ਉਹ ਲੱਗੀ ਰਹਿੰਦੀ ਕਿ ਕੀ ਇਹ ਸਿਰੇ ਚੜੂਗੀ, ਕੀ ਇਹ ਕੋਰਟ ਦੇ ਵਿੱਚ ਤਾਂ ਨਹੀਂ ਚਲੀ ਜਾਊਗੀ। ਤਾਂ ਤੁਹਾਨੂੰ ਕੀ ਲੱਗਦਾ ਕਿ ਕਿਹਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ, ਜਾਂ ਕਿਹੜੇ ਗੱਲਾਂ ਤੋਂ ਸਰਕਾਰ ਨੂੰ ਸੁਚੇਤ ਰਹਿਣਾ ਚਾਹੀਦਾ, ਜਾਂ ਕਿਸ ਕਿਸਮ ਦਾ ਜਿਹੜੀ ਭਰਤੀ ਪ੍ਰਕਿਰਿਆ ਪਾਰਦਰਸ਼ੀ ਢੰਗ ਦੇ ਨਾਲ ਚਲਾਉਣੀ ਚਾਹੀਦੀ ਕਿ ਇਹ ਮਸਲੇ ਜਿਹੜੇ ਨੇ ਉਹ ਪਹਿਲਾਂ ਹੀ ਨਿਬੜ ਜਾਣ, ਤਾਂ ਕਿ ਕੋਰਟ ਦੇ ਵਿੱਚ ਜਾ ਕੇ ਖੱਜਲ ਖੁਆਰੀ ਤੋਂ ਬਚਿਆ ਜਾਵੇ। ਇੱਕ ਤਾਂ ਮੈਂ ਸਮਝਦਾ ਕਿ ਇੱਕ ਅਨਾਰ 100 ਬਿਮਾਰ। ਜਦੋਂ ਬੇਰੁਜ਼ਗਾਰੀ ਬਹੁਤ ਆ, ਨੌਕਰੀਆਂ ਥੋੜ੍ਹੀਆਂ, ਲੈਣ ਵਾਲੇ ਜ਼ਿਆਦਾ ਹੈ, ਤਾਂ ਉਸ ਹਾਲਤ ਦੇ ਵਿੱਚ ਕੰਪੀਟੀਸ਼ਨ ਆ ਜਿਹੜਾ ਗਲ ਘੱਟ ਹੋ ਜਾਂਦਾ, ਅਤੇ ਉਹਦੇ ਵਿੱਚ ਵੱਖ-ਵੱਖ ਵਰਗ ਬਣ ਜਾਂਦੇ, ਅਤੇ ਉਹਨਾਂ ਵਰਗਾਂ ਨੂੰ ਆਪਸ ਵਿੱਚ ਲੜਾ ਕੇ ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੀ ਆ ਕਿ ਇਹ ਜੀ ਗੈਸਟ ਫੈਕਲਟੀ ਵਾਲੇ ਆ, ਇਹ ਪਾਰਟ ਟਾਈਮ ਆ, ਇਹ ਫਲਾਣੇ ਆ, ਇਹ ਢਿਮਕੇ ਆ, ਨਵੇਂ-ਨਵੇਂ ਉਹਨਾਂ ਨੂੰ ਨਾਂ ਦਿੱਤੇ ਜਾਂਦੇ ਆ ਕਿ ਇਹ ਕੰਟਰੈਕਟ ਵਾਲੇ ਆ, ਇਹ ਠੇਕੇ ਵਾਲੇ ਆ। ਇਸ ਤਰ੍ਹਾਂ ਪਹਿਲਾ ਪਲਾਟ ਆਏ। ਦੂਜੀ ਗੱਲ ਮੈਨੂੰ ਇਹ ਲੱਗਦੀ ਆ ਕਿ ਜਿਹੜੀਆਂ ਸੰਸਥਾਵਾਂ ਇਸ ਕੰਮ ਲਈ ਹੀ ਬਣੀਆਂ,
ਜਿਹੜੀਆਂ ਸੰਸਥਾਵਾਂ ਇਸ ਕੰਮ ਲਈ ਬਣੀਆਂ, ਜਿਸ ਤਰ੍ਹਾਂ ਮੈਂ ਕਿ PPSC ਬਣੀ ਆ ਜਾਂ ਪੰਜਾਬ ਜਿਹੜੀ ਸਬਆਰਡੀਨੇਟ ਸਰਵਿਸ ਬੋਰਡ ਹੈਗਾ, ਉਹਦੇ ਰਾਹੀਂ ਭਰਤੀ ਹੋਣੀ ਚਾਹੀਦੀ। ਜੇ ਭਰਤੀ ਲਈ ਕੋਈ ਹੋਰ ਤਰੀਕਾ ਵਰਤਣਾ ਹੈਗਾ ਤਾਂ ਉਹਨਾਂ ਦੀ ਪਹਿਲਾਂ ਮੁਹਾਰਤ ਚੈੱਕ ਕਰ ਲੈਣੀ ਚਾਹੀਦੀ ਹੈ ਕਿ ਕੀ ਉਹ ਪੇਪਰ ਲੈਣ ਦੇ ਸਮਰੱਥ ਹੈਗਾ। ਨਿਸ਼ਚੇ ਹੀ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅਤੇ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਅਤੇ ਜਿਹੜੇ ਸਾਡੇ UGC ਵਰਗੇ ਅਦਾਰੇ ਆ ਜਾਂ ਜਿਹੜੇ ਸਾਡੇ ਨੀਟ ਲੈਣ ਵਾਲੇ ਅਦਾਰੇ ਆ, ਉਹਨਾਂ ਅਦਾਰਿਆਂ ਕੋਲ ਇਹਦੇ ਬਾਰੇ ਇੱਕ ਲੰਮਾ ਤਜਰਬਾ ਹੈਗਾ। ਉਹਨਾਂ ਅਦਾਰਿਆਂ ਦੀ ਸਹੀ ਢੰਗ ਨਾਲ ਵਿਉਂਤਬੰਦੀ ਕਰਨੀ ਚਾਹੀਦੀ ਹੈ। ਛੇਤੀ ਸਿਹਰਾ ਬੰਨਣ ਦੀ ਗੱਲ ਨਹੀਂ ਕਰਨੀ ਚਾਹੀਦੀ ਕਿ ਅੱਜ ਅਸੀਂ ਪੋਸਟ ਕੱਢੀ ਆ, ਇੰਨੇ ਦਿਨਾਂ 'ਚ ਭਰਤੀ। ਮੈਂ ਤਾਂ ਕਹਿੰਦਾ ਕਿ ਓਵਰਏਜ ਦੀ ਉਮਰ ਵਧਾ ਦਿਓ, ਉਹਦੇ ਨਾਲ ਗੱਲ ਹੀ ਨਿਬੜ ਜੇ। ਦੂਸਰਾ ਇੱਕ ਵਿਦਿਆਰਥੀਆਂ ਨੂੰ ਲੱਗਦਾ ਹੈ, ਉਮੀਦਵਾਰਾਂ ਨੂੰ ਲੱਗਦਾ ਕਿ ਸਾਨੂੰ ਸਹੀ ਟਾਈਮ ਨਹੀਂ ਮਿਲਿਆ। ਤੁਸੀਂ ਸਹੀ ਟਾਈਮ ਵੀ ਦਿਓ। ਇੱਕ ਹਰ ਸਾਲ ਭਰਤੀ ਕਰੋ, ਭਾਵੇਂ ਥੋੜ੍ਹੀ ਭਰਤੀ ਕਰੋ ਪਰ ਹਰ ਸਾਲ ਭਰਤੀ ਕਰੋ, ਜਿਹਦੇ ਨਾਲ ਨਿਰੰਤਰ ਜਿਹੜੇ ਹੈਗੇ ਆ ਪੋਸਟਾਂ ਨਿਕਲਦੀਆਂ ਰਹਿਣ, ਨਿਰੰਤਰ ਲੋਕ ਭਰਤੀ ਹੁੰਦੇ ਰਹਿਣ, ਨਿਰੰਤਰ ਨਵਾਂ ਖੂਨ ਆਉਂਦਾ ਰਹੇ ਤਾਂ ਪੁਰਾਣਿਆਂ ਦੀ ਥਾਂ ਉਹ ਲੈਂਦਾ ਰਹੇ। ਜੀ ਸਰ, ਇਹਨਾਂ ਸਵਾਲਾਂ ਦੇ ਨਾਲ ਜੇ ਮੈਂ ਦੁਬਾਰਾ ਫਿਰ ਮਾਸਟਰ ਕੇਡਰ ਦੇ ਪੇਪਰ ਤੇ ਆਵਾਂ ਤਾਂ ਜਿਹੜਾ ਇਹਨਾਂ ਸਮੱਸਿਆਵਾਂ ਦੀ ਜੜ ਹੈਗਾ ਉਹ ਮੁੱਖ ਤੌਰ ਤੇ ਸਾਹਮਣੇ ਆਉਂਦਾ ਕਿ ਜਦੋਂ ਪੇਪਰ ਸੈੱਟ ਕੀਤਾ ਜਾਂਦਾ, ਪੇਪਰ ਦੀ ਬਣਤਰ ਕਿਹੋ ਜਿਹੀ ਹੋਵੇ ਤੇ ਪੇਪਰ ਦੀ ਬਣਤਰ ਦੇ ਵਿੱਚ ਜਦੋਂ ਗੜਬੜ ਆਉਂਦੀ ਹੈ ਤਾਂ ਉਹ ਲੰਮਾ ਮਸਲਾ ਚੱਲਦਾ ਕਾਫੀ ਦੇਰ ਤੱਕ ਚਲਾ ਜਾਂਦਾ ਤੇ ਕੋਰਟ ਦੇ ਵਿੱਚ ਜਾ ਕੇ ਹੋਰ ਕਿਸਮ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਤੇ ਅਖੀਰ ਉਹਦਾ ਜਿਹੜਾ ਨਤੀਜਾ ਮਾੜਾ ਹੁੰਦਾ ਹੈ। ਪਰ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਣਾ ਜਾਂ ਪੁੱਛਣਾ ਚਾਹਣਾ ਕਿ ਜਦੋਂ ਇਹ ਪੇਪਰ ਡਿਜ਼ਾਈਨ ਕੀਤੇ ਜਾਂਦੇ ਆ, ਪੇਪਰਾਂ ਦੀ ਬਣਤਰ ਤੈਅ ਕੀਤੀ ਜਾਂਦੀ ਹੈ, ਤਾਂ ਕੀ ਇਹ ਉਹਦੇ ਨਾਲ ਤੈਅ ਨਹੀਂ ਕੀਤਾ ਜਾਂਦਾ, ਜ਼ਿੰਮੇਵਾਰੀ ਨਹੀਂ ਤੈਅ ਕੀਤੀ ਜਾਂਦੀ ਕਿ ਜੇ ਕਿਸੇ ਏਜੰਸੀ ਨੇ ਪੇਪਰ ਪਾਇਆ, ਕਿਸੇ ਪ੍ਰੀਖਿਅਕ ਨੇ ਪੇਪਰ ਪਾਇਆ, ਉਹਦੀ ਗਲਤੀ ਦੀ ਜ਼ਿੰਮੇਦਾਰ ਉਹ ਏਜੰਸੀ ਹੋਊਗੀ। ਇਹਦੇ ਨਾਲ ਹੀ ਇੱਕ ਸਵਾਲ ਇਹ ਬਣ ਜਾਂਦਾ ਕਿ ਜਦੋਂ ਇਹ ਪੇਪਰ ਬਣਾਇਆ ਜਾਂਦਾ ਤਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਕੀਤੀ ਸੀ ਕਿ ਬਹੁਤੀ ਵਾਰੀ ਤੱਥਗਤ ਜਾਣਕਾਰੀ ਜਿਹੜੀ ਉਹ ਭਾਰੂ ਹੋ ਜਾਂਦੀ ਹੈ। ਜਿਵੇਂ ਪਿੱਛੇ ਇੱਕ ਮਾਸਟਰ ਕੇਡਰ ਦੇ ਵਿੱਚ ਪੰਜਾਬੀ ਦੇ ਪੇਪਰ ਦੇ ਵਿੱਚ ਸਵਾਲ ਆਇਆ ਸੀ ਕਿ ਕਿਸ ਦੇ ਕਿੱਸੇ ਵਿੱਚ ਮਿਰਜ਼ੇ ਦੀ ਮੌਤ ਤੀਰ ਛਾਤੀ ਦੇ ਆਰ ਪਰ ਲੰਘ ਜਾਣ ਦੇ ਕਰਕੇ ਹੋਈ ਹੈ। ਤੇ ਇਸ ਤਰ੍ਹਾਂ ਦਾ ਸਵਾਲ ਜਾਂ ਇਸ ਤਰ੍ਹਾਂ ਦੇ ਸਵਾਲ ਪੁੱਛ ਲਏ ਜਾਂਦੇ ਕਿ ਫਲਾਣੇ ਲੇਖਕ ਦਾ ਫਲਾਣਾ ਰਿਸ਼ਤੇਦਾਰ ਕੌਣ ਹੈ, ਉਹਦੀ ਜਨਮ ਭੂਮੀ, ਜਾਂ ਮਤਲਬ ਇਸ ਕਿਸਮ ਦੀ ਤੱਥਗਤ ਜਾਣਕਾਰੀ ਜਿਹਦਾ ਵਿਸ਼ੇ ਦੇ ਜਿਹੜਾ ਕੇਂਦਰ ਹੈਗਾ ਵਿਸ਼ੇ ਦਾ ਜਾਂ ਵਿਸ਼ੇ ਦੀ ਇੱਕ ਸਮੱਗਰਤਾ ਹੈ ਉਹਦੇ ਨਾਲ ਕੋਈ ਬਹੁਤਾ ਸਿੱਧਾ ਸੰਬੰਧ ਨਹੀਂ ਹੁੰਦਾ। ਤਾਂ ਮੈਂ ਦੁਬਾਰਾ ਤੁਹਾਨੂੰ ਸਵਾਲ ਪੁੱਛਦਾ ਕਿ ਜਦੋਂ ਇਹ ਸਵਾਲ ਡਿਜ਼ਾਈਨ ਕੀਤੇ ਜਾਂਦੇ ਆ ਤਾਂ ਉਹ ਪ੍ਰੀਖਿਅਕ ਦੀ ਜਾਂ ਏਜੰਸੀ ਦੀ ਜ਼ਿੰਮੇਵਾਰੀ ਤੈਅ ਕਿਵੇਂ ਹੋਵੇ, ਜਾਂ ਇਹਨਾਂ ਸਵਾਲਾਂ ਦੀ ਬਣਤਰ ਜਾਂ ਇਹਦਾ ਪੈਮਾਨਾ ਕੀ ਹੋਵੇ ਕਿ ਇਸ ਕਿਸਮ ਦੇ ਜਿਹੜੇ ਸਵਾਲ ਪੁੱਛਣੇ ਜਾਣੇ ਚਾਹੀਦੇ ਆ। ਦੇਖੋ, ਅਸਲ ਦੇ ਗੱਲ ਦੇ ਵਿੱਚ ਤਾਂ ਇਹ ਆ ਕਿ ਜਿਹੜਾ ਇੱਕ ਐਜੂਕੇਸ਼ਨਿਸਟ ਆ, ਜਿਹੜਾ ਸਿੱਖਿਆ ਸ਼ਾਸਤਰੀ ਆ, ਉਹਨੂੰ ਪਤਾ ਹੈ ਕਿ ਜਿਹੜੀ ਪ੍ਰਤੀਯੋਗਤਾ ਦੀਆਂ ਐਗਜ਼ਾਮ ਹੁੰਦੇ ਆ, ਪ੍ਰਤੀਯੋਗਤਾ ਦੀਆਂ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ, ਉਹਦੇ ਵਿੱਚ ਕੁਝ ਸਵਾਲ ਅਜਿਹੇ ਪੁੱਛੇ ਜਾਂਦੇ ਆ ਕਿ ਜਿਹੜੇ ਲਗਭਗ ਸਭ ਨੂੰ ਹੀ ਆਉਂਦੇ ਹੁੰਦੇ। ਕੁਝ ਸਵਾਲ ਅਜਿਹੇ ਹੁੰਦੇ ਆ ਕਿ ਜਿਹੜੇ ਕਿਸੇ ਨੂੰ ਵੀ ਨਹੀਂ ਆਉਂਦੇ ਹੁੰਦੇ। ਇਹਦਾ ਵੀ ਇੱਕ ਕਾਰਨ ਹੁੰਦਾ ਹੈ। ਉਹਦਾ ਕਾਰਨ ਇਹ ਹੁੰਦਾ ਕਿ ਕਿਤੇ ਇਹ ਨਾ ਹੋਵੇ ਕਿ ਸਾਰੇ ਹੀ ਵਿਦਿਆਰਥੀ ਪਾਸ ਹੋ ਜਾਣ, ਸਾਰੇ ਵਿਦਿਆਰਥੀ 100 ਚੋਂ 100 ਲੈ ਜਾਣ ਤੇ ਮੈਰਿਟ ਕਿਵੇਂ ਬਣਾਈ ਜਾਊਗੀ। ਉਹਦਾ ਉਲਟ ਇਹ ਵੀ ਹੁੰਦਾ ਕਿ ਕਿਤੇ ਇਹ ਨਾ ਹੋਵੇ ਕਿ ਕਿਸੇ ਵੀ ਸਵਾਲ ਦਾ ਕਿਸੇ ਨੂੰ ਕੋਈ ਜਵਾਬ ਨਾ ਆਵੇ, ਜਾਂ ਕਹਿ ਲਓ ਕਿ ਜਿਹੜਾ ਪਾਸ ਮਾਰਕਸ ਆਪਾਂ ਵੈਸੇ ਹੀ ਮੰਨ ਲਿਆ ਕਿ 33% ਜਾਂ 50%, ਕਿ 50% ਤੋਂ ਵੀ ਸਭ ਥੱਲੇ ਰਹਿ ਜਾਣ। ਇਸ ਕਰਕੇ ਸਵਾਲ ਇਸ ਢੰਗ ਨਾਲ ਡਿਜ਼ਾਈਨ ਕੀਤੇ ਜਾਂਦੇ ਆ, ਕੁਝ ਔਖੇ, ਕੁਝ ਬਹੁਤ ਔਖੇ, ਕੁਝ ਬਹੁਤ ਸੌਖੇ, ਤਾਂ ਕਿ ਇੱਕ ਸਹੀ ਮੈਰਿਟ ਬਣ ਸਕੇ। ਇੱਕ ਤਾਂ ਇਹ ਸਿਧਾਂਤ ਹੁੰਦਾ। ਦੂਸਰੀ ਜਿਹੜੀ ਤੁਸੀਂ ਗੱਲ ਕਹੀ ਕਿ ਸੂਚਨਾਮਈ ਸਵਾਲ ਕਿੰਨੇ ਪੁੱਛਣੇ ਚਾਹੀਦੇ ਆ ਤੇ ਸੰਕਲਪੀ ਸਵਾਲ ਕਿੰਨੇ ਪੁੱਛਣੇ ਚਾਹੀਦੇ ਆ। ਦੇਖੋ, ਅਸਲ ਦੇ ਵਿੱਚ ਤਾਂ ਇਹ ਕਿ ਜਿੰਨੀਆਂ ਛੋਟੀਆਂ ਕਲਾਸਾਂ ਹੁੰਦੀਆਂ ਉਹਨਾਂ ਦੇ ਵਿੱਚ ਜਦੋਂ ਅਸੀਂ ਉਹਨਾਂ ਦੇ ਲਈ ਚੋਣ ਕਰਦੇ ਹਾਂ ਤਾਂ ਉਦੋਂ ਸਾਡੀ ਵੱਧ ਜ਼ੋਰ ਸੂਚਨਾ 'ਤੇ ਹੁੰਦਾ। ਜਦੋਂ ਅਸੀਂ ਉੱਚ ਪੱਧਰ ਦੀਆਂ ਪੋਸਟਾਂ ਦੀ ਗੱਲ ਕਰਦੇ ਹਾਂ ਤਾਂ ਉਦੋਂ ਸਾਡਾ ਜ਼ੋਰ ਸੰਕਲਪੀ ਪ੍ਰਸ਼ਨ ਪੁੱਛਣ 'ਤੇ ਵਧੇਰੇ ਹੁੰਦਾ ਹੈਗਾ। ਹੁਣ ਇਹ ਕਿ ਹਰੇਕ ਬੰਦੇ ਦੀ ਹਰੇਕ ਖੇਤਰ ਵਿੱਚ ਮਹਾਰਤ ਨਹੀਂ ਹੁੰਦੀ ਕਿ ਉਹ ਸੰਕਲਪੀ ਪ੍ਰਸ਼ਨ, ਕਨਸੈਪਚੁਅਲ ਪ੍ਰਸ਼ਨ ਵੀ ਪੁੱਛ ਸਕੇ ਤੇ ਇਨਫੋਰਮੇਸ਼ਨ ਵਾਲੇ ਪ੍ਰਸ਼ਨ ਵੀ ਪੁੱਛ ਸਕੇ। ਇਸੇ ਕਰਕੇ ਵਧੀਆ ਤਰੀਕਾ ਇਹ ਮੰਨਿਆ ਜਾਂਦਾ ਹੈ ਕਿ ਕੁਐਸਚਨ ਬੈਂਕਿੰਗ ਬਣਾਈ ਜਾਵੇ, ਕਿ ਬਹੁਤ ਸਾਰੇ ਬੰਦਿਆਂ ਨੂੰ ਇਕੱਠੇ ਕਰਕੇ ਉਹਨਾਂ ਦੀ ਵਰਕਸ਼ਾਪ ਲਾ ਕੇ ਉਹਨਾਂ ਨੂੰ ਇੱਕ ਥਾਂ ਇਕੱਠੇ ਕਰਕੇ ਉਹਨਾਂ ਤੋਂ ਸਵਾਲ ਲੈ ਜਾਣ। ਫਿਰ ਉਹਨਾਂ ਸਵਾਲਾਂ ਦੀ ਕੁਐਸਚਨ ਬੈਂਕਿੰਗ ਪੈ ਜਾਂਦੀ ਆ। ਉਹਨਾਂ ਕੁਐਸਚਨਾਂ ਦੇ ਵਿੱਚੋਂ ਕੁਝ ਪ੍ਰਸ਼ਨ ਆ ਜਿਹੜੇ ਉਹ ਫਿਰ ਬਾਹਰ ਪਾਏ ਜਾਣ, ਸਵਾਲ ਪ੍ਰਸ਼ਨ ਪੁੱਛੇ ਜਾਣ। ਇਹਦੇ ਵਿੱਚ ਥੋੜ੍ਹੀ ਜਿਹੀ ਇਸ ਗੱਲ ਦੀ ਗੁੰਜਾਇਸ਼ ਰਹਿੰਦੀ ਹੈ ਕਿ ਕਿਤੇ ਉਹ ਸਵਾਲ ਲੀਕ ਨਾ ਹੋ ਜਾਣ, ਕੁਐਸਚਨ ਬੈਂਕ ਲੀਕ ਨਾ ਹੋ ਜੇ ਵਗੈਰਾ। ਮੈਨੂੰ ਲੱਗਦਾ ਕਿ ਸਾਨੂੰ ਕਿਸੇ ਨਾ ਕਿਸੇ ਪੱਧਰ 'ਤੇ ਤਾਂ ਲੋਕਾਂ ਦੀ ਜਿਹਨੂੰ ਕਹਿ ਸਕਦੇ ਹਾਂ ਜ਼ਮੀਰ, ਆਤਮਾ ਦੀ ਆਵਾਜ਼, ਜਿਹੜੀ ਲੋਕਾਂ ਦੀ ਇੱਕ ਆਪਣੇ ਮਨ ਨਾਲ ਕੀਤਾ ਐਦ ਹੁੰਦਾ ਹੈ ਕਿ ਮੇਰੇ ਸਿਰੇ ਜ਼ਿੰਮੇਵਾਰੀ ਆ, ਉਸ 'ਤੇ ਭਰੋਸਾ ਰੱਖਣਾ ਚਾਹੀਦਾ।
ਜਿਹੜੀ ਗੱਲ ਹੈਗੀ ਆ ਕਿ ਜਿਹੜੇ ਬੰਦਿਆਂ ਨੇ ਗਲਤ ਪੇਪਰ ਪਾਏ ਨੇ ਜਾਂ ਜਿਸ ਏਜੰਸੀ ਨੇ ਗਲਤ ਪੇਪਰ ਪਾਏ ਆ, ਮੈਂ ਕਹਿੰਦਾ ਕਿ ਆਰਟੀਆਈ ਦੇ ਰਾਹੀਂ ਵੀ ਤੇ ਵੈਸੇ ਵੀ ਉਹਨਾਂ ਦੇ ਨਾਂ, ਨਹੀਂ ਤਾਂ ਆਰਟੀਆਈ ਰਾਹੀਂ ਲੋਕ ਪੁੱਛਣਗੇ, ਉਹਨਾਂ ਦੇ ਨਾਂ ਨਸ਼ਰ ਕਰਨੇ ਚਾਹੀਦੇ ਆ, ਉਹਨਾਂ ਨੂੰ ਅੱਗੇ ਤੋਂ ਬਲੈਕ ਲਿਸਟ ਕਰਨਾ ਚਾਹੀਦਾ ਹੈ ਤੇ ਇਹ ਜੀਆਂ ਗਲਤੀਆਂ ਵਾਰ-ਵਾਰ ਨਾ ਹੋਣ, ਕਿਉਂਕਿ ਇਹ ਗਲਤੀਆਂ ਇਕੱਲਾ ਪੈਸੇ ਦਾ ਨੁਕਸਾਨ ਨਹੀਂ ਆ, ਇਕੱਲਾ ਸਮੇਂ ਦਾ ਨੁਕਸਾਨ ਨਹੀਂ ਆ, ਲੋਕ ਬਹੁਤ ਜ਼ਿਆਦਾ ਮਾਨਸਿਕ ਦਬਾਅ ਥੱਲੇ ਆ ਜਾਂਦੇ ਆ। ਇਸ ਕਰਕੇ ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਹੁੰਦੀਆਂ ਉਹਨਾਂ ਤੇ ਭਾਰੀ ਹਰਜਾਨਾ ਪਾਉਣਾ ਚਾਹੀਦਾ। ਉਹ ਹਰਜਾਨਾ ਇੰਨਾ ਹੋਣਾ ਚਾਹੀਦਾ ਕੰਪਨੀ ਦੇ ਉੱਤੇ ਕਿ ਹਰਜਾਨਾ ਇੰਨਾ ਜ਼ਿਆਦਾ ਹੋਵੇ ਕਿ ਸਾਰਾ ਖਰਚਾ ਜੇ ਦੁਬਾਰਾ ਪੇਪਰ ਲੈਣਾ ਪਵੇ ਤਾਂ ਉਹਨਾਂ ਦੇ ਸਿਰੋਂ ਨਿਕਲੇ। ਜੀ 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 ਸਰ, ਤਾਂ ਇਹਨਾਂ ਗੱਲਾਂ ਬਾਤਾਂ ਤੋਂ ਬਾਅਦ ਮੈਂ ਆਖਰੀ ਤਾਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਜਾਂ ਕਿ ਜਿਹੜੇ ਹੁਣ ਇਸ ਪ੍ਰਕਿਰਿਆ ਤੋਂ ਜਾਂ ਇਹ ਪੇਪਰਾਂ ਦੇ ਸਵਾਲਾਂ ਤੋਂ ਕੁਝ ਜਿਹੜੇ ਵਿਦਿਆਰਥੀ ਪਰੇਸ਼ਾਨ ਨੇ, ਓਵਰੇਜ ਹੋਣ ਨੂੰ ਲੈ ਕੇ ਪਰੇਸ਼ਾਨ ਨੇ, ਜਾਂ ਉਹਨਾਂ ਨੂੰ ਲੱਗਦਾ ਕਿ ਜਿਹੜੀ ਨੌਕਰੀ ਆ ਉਹ 5 ਸਾਲਾਂ ਬਾਅਦ ਆਉਂਦੀ ਹੈ, ਪੋਸਟਾਂ ਛੇਤੀ ਆਉਂਦੀਆਂ ਨਹੀਂ ਤੇ ਕੀ ਤੇ ਸਾਡਾ ਇਹ ਮੌਕਾ ਨਾ ਲੰਘ ਜਾਵੇ, ਤੇ ਉਹ ਕਾਫੀ ਨਿਰਾਸ਼ਾ 'ਚ ਨੇ, ਤਾਂ ਉਹਨਾਂ ਦੀ ਨਿਰਾਸ਼ਾ ਬਾਰੇ ਤੁਹਾਡਾ ਕੀ ਕਹਿਣਾ, ਜਾਂ ਤੁਹਾਡੀ ਉਹਨਾਂ ਨੂੰ ਕੀ ਜਿਹੜੀ ਹੈਗੀ ਸੁਨੇਹਾ ਕੀ ਹੈ ਤੁਹਾਡਾ ਉਹਨਾਂ ਬਾਰੇ? ਚਲੋ, ਮੈਨੂੰ ਲੱਗਦਾ ਹੈ ਕਿ ਜਿਹੜੀ ਕਿਸੇ ਦੀ ਚੀਜ਼ ਚੰਗੀ ਆ ਉਹਦੀ ਤਾਰੀਫ ਵੀ ਕਰਨੀ ਚਾਹੀਦੀ। ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਗੱਲੋਂ ਤਾਰੀਫ ਕਰਨੀ ਚਾਹੀਦੀ ਹੈ ਕਿ ਉਹਨਾਂ ਨੇ ਪਹਿਲੇ ਸਾਲ ਪੋਸਟਾਂ ਕੱਢੀਆਂ ਜੀ। ਦੂਜੀ ਗੱਲ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਕਿ ਭਾਵਾਂ ਇਹਦੇ ਵਿੱਚ ਗੜਬੜੀ ਹੋ ਗਈ, ਇਹ ਪੇਪਰ ਲਟਕ ਗਿਆ ਜਾਂ ਦੂਸਰੇ ਪੇਪਰ ਸੁਪਰੀਮ ਕੋਰਟ ਨੇ ਦੂਜਾ ਰੱਦ ਕਰ ਦਿੱਤਾ, ਇਸ ਦੇ ਬਾਵਜੂਦ ਵੀ ਤੁਹਾਨੂੰ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਜ਼ਿੰਦਗੀ ਦੇ ਸਾਰੇ ਬੂਹੇ ਕਦੇ ਵੀ ਬੰਦ ਨਹੀਂ ਹੁੰਦੇਗੇ। ਨਿਸ਼ਚੇ ਹੀ ਤੁਹਾਡੀ ਜਿਹੜੀ ਯੋਗਤਾ ਹੈਗੀ ਆ ਉਹਦੇ ਅਨੁਸਾਰ ਤੁਹਾਨੂੰ ਨੌਕਰੀ ਅਵੱਸ਼ ਮਿਲੇਗੀ। ਤੁਸੀਂ ਕੋਈ ਵੀ ਇਹੋ ਜਿਹਾ ਗਲਤ ਸਟੈਪ ਨਹੀਂ ਚੱਕਣਾਗਾ ਕਿ ਜਿਹਦੇ ਨਾਲ ਤੁਸੀਂ, ਤੁਹਾਡਾ ਪਰਿਵਾਰ, ਤੁਹਾਡੇ ਮਾਪੇ ਤੇ ਸਾਰਾ ਸਮਾਜ ਉਦਾਸ ਹੋਵੇ। ਤੁਸੀਂ ਇਹ ਜ਼ਰੂਰ ਹੈਗਾ ਕਿ ਆਪਣੇ ਹੱਕ ਸੱਚ ਦੇ ਲਈ ਤੁਹਾਨੂੰ ਖੜਨਾ ਵੀ ਚਾਹੀਦਾ ਤੇ ਇਹ ਲੜਾਈ ਆ ਜਿਹੜੀ ਉਹ ਕਈ ਪੱਧਰਾਂ 'ਤੇ ਹੁੰਦੀ ਆ ਕਿ ਸੜਕ ਦੀ ਪੱਧਰ 'ਤੇ ਵੀ ਹੁੰਦੀ ਆ, ਕੋਰਟ ਦੀ ਪੱਧਰ 'ਤੇ ਵੀ ਹੁੰਦੀ ਆ ਤੇ ਵੋਟਾਂ ਵੇਲੇ ਵੋਟ ਦੀ ਪੱਧਰ 'ਤੇ ਵੀ ਹੁੰਦੀ ਆ, ਲੋਕਤੰਤਰ ਦੀ ਪੱਧਰ 'ਤੇ ਵੀ ਹੁੰਦੀ ਆ। ਪਰ ਮੈਂ ਇੱਕ ਗੱਲ ਹੀ ਜ਼ਰੂਰ ਸਾਰੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਆਖਦਾ ਹੈ ਕਿ ਤੁਸੀਂ ਇੱਕ ਦੂਸਰੇ ਨਾਲ ਲੜ ਕੇ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਇਹ ਗੱਲ ਜ਼ਰੂਰ ਸੋਚੋ ਕਿ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰੋ, ਸਰਕਾਰ 'ਤੇ ਇਸ ਗੱਲ ਦਾ ਦਬਾਅ ਬਣਾਓ ਕਿ ਜਲਦੀ ਉਹ ਪੋਸਟਾਂ ਨੂੰ ਭਰੇ, ਜਲਦੀ ਹੀ ਨਵੀਆਂ ਪੋਸਟਾਂ ਕੱਢੇ, ਪੁਰਾਣੀਆਂ ਪੋਸਟਾਂ ਨੂੰ ਭਰੇ, ਤਾਂ ਕਿ ਨਾ ਕੇਵਲ ਰੁਜ਼ਗਾਰ ਹੀ ਵਧੇ ਸਗੋਂ ਸਾਡਾ ਜਿਹੜਾ ਸਿੱਖਿਆ ਉਸ ਦਾ ਮਿਆਰ ਵੀ ਉੱਪਰ ਉੱਠੇ। ਜੀ ਸੋ ਦੋਸਤੋ, ਹਰ ਸਥਿਤੀ ਦੇ ਵਿੱਚ ਆਸਵੰਦ ਰਹਿਣਾ ਤੇ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਰਹਿਣਾ ਹੀ ਸਾਰੀਆਂ ਸਮੱਸਿਆਵਾਂ ਦੇ ਹੱਲ ਵੱਲ ਲੈ ਕੇ ਜਾਂਦਾ ਹੈ। ਸਰ, ਤੁਸੀਂ ਇਹਨਾਂ ਨੁਕਤਿਆਂ ਬਾਰੇ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਮੈਂ ਅਖੀਰ ਤੇ ਇੱਕ ਵਾਰੀ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਸਰਕਾਰ ਨੂੰ ਕੀ ਕਰਨਾ ਚਾਹੀਦਾ? ਦੇਖੋ, ਸਰਕਾਰ ਦੀ ਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ। ਮੈਂ ਸਮਝਦਾ ਕਿ ਇਹਨੂੰ ਨਾ ਤਾਂ ਕੋਰਟ ਕਚਹਿਰੀਆਂ 'ਤੇ ਛੱਡਣਾ ਚਾਹੀਦਾ ਹੈ ਤੇ ਨਾ ਹੀ ਇਹਨੂੰ ਐਂ ਛੱਡ ਦੇਣਾ ਚਾਹੀਦਾ ਕਿ ਆਪਣੇ ਆਪ ਕਿਸੇ ਦਿਨ ਇਹ ਮਸਲਾ ਹੱਲ ਹੋ ਜਾਊਗਾ। ਮੈਨੂੰ ਲੱਗਦਾ ਕਿ ਸਰਕਾਰ ਨੂੰ ਇਸ ਨੂੰ ਪ੍ਰਸ਼ਾਸਕੀ ਪੱਧਰ 'ਤੇ ਫੈਸਲਾ ਲੈ ਕੇ ਤੁਰੰਤ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ। ਜੀ।